ਹਾਈ ਕੋਰਟ 'ਚ ਡੀਏ ਦਾ ਫੈਸਲਾ। ਡੀਏ ਤੇ ਨਵੀਂ ਪੇਸ਼ਕਸ਼ ਰੱਦ। ਮੁਲਾਜ਼ਮਾਂ ਨੇ ਕੀਤਾ ਹੜਤਾਲ ਦਾ ਐਲਾਨ। ਪੰਜਾਬ ਵਿੱਚ ਮੁਲਾਜ਼ਮਾਂ ਅਤੇ ਸਰਕਾਰ ਵਿਚਾਲੇ ਚੱਲ ਰਹੀ ਜੰਗ ਹੁਣ ਇੱਕ ਅਜਿਹੇ ਮੋੜ ਤੇ ਪਹੁੰਚ ਚੁੱਕੀ ਹੈ ਜਿੱਥੇ ਆਮ ਜਨਤਾ ਤੋਂ ਲੈ ਕੇ ਪ੍ਰਸ਼ਾਸਨਿਕ ਢਾਂਚੇ ਤੱਕ ਸਭ ਕੁਝ ਹਿਲ ਕੇ ਰਹਿ ਗਿਆ ਹੈ। ਇੱਕ ਪਾਸੇ ਅਦਾਲਤ ਵਿੱਚ ਮਹਿੰਗਾਈ ਭੱਤੇ ਯਾਨੀ ਡੀਏ ਨੂੰ ਲੈ ਕੇ ਵਰ੍ਹਿਆਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਆਪਣੇ ਅੰਤਿਮ ਫੈਸਲੇ ਦੇ ਬਿਲਕੁਲ ਨਜ਼ਦੀਕ ਪਹੁੰਚ ਗਈ ਹੈ। ਉੱਥੇ ਹੀ ਦੂਜੇ ਪਾਸੇ ਸਰਕਾਰੀ ਦਫ਼ਤਰਾਂ ਦੀਆਂ ਚਾਬੀਆਂ ਬੰਦ ਕਰਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਨ ਦੀ ਤਿਆਰੀ ਕਰ ਲਈ ਗਈ ਹੈ। ਬੀਤੀ ਕੱਲ ਹਾਈ ਕੋਰਟ ਦੇ ਵਿੱਚ ਡੀਏ ਦੇ ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮੁੱਦੇ ਤੇ ਇੱਕ ਬਹੁਤ ਹੀ ਅਹਿਮ ਸੁਣਵਾਈ ਹੋਈ। ਐਕਟਿੰਗ ਚੀਫ ਜਸਟਿਸ ਦੇ ਬੈਂਚ ਦੇ ਸਾਹਮਣੇ ਦੋਵੇਂ ਧਿਰਾਂ ਵੱਲੋਂ ਆਪਣੇ ਤਰਕ ਰੱਖੇ ਗਏ। ਪਰ ਥੋੜੀ ਜੀ ਚਰਚਾ ਤੋਂ ਬਾਅਦ ਅਦਾਲਤ ਨੇ ਸਭ ਨੂੰ ਹੈਰਾਨ ਕਰਦਿਆਂ ਇਸ ਮੁੱਦੇ ਤੇ ਆਪਣਾ ਫੈਸਲਾ ਰਿਜ਼ਰਵ ਰੱਖ ਲਿਆ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਲੰਬੇ ਸਮੇਂ ਤੋਂ ਅਦਾਲਤੀ ਤਾਰੀਖਾਂ ਵਿੱਚ ਉਲਝਿਆ ਡੀਏ ਦਾ ਮਾਮਲਾ ਹੁਣ ਆਪਣੇ ਅੰਤਿਮ ਪੜਾਅ ਤੇ ਆ ਗਿਆ ਹੈ ਅਤੇ ਕਿਸੇ ਵੀ ਪਲ ਹਾਈ ਕੋਰਟ ਦਾ ਇੱਕ ਬਹੁਤ ਵੱਡਾ ਧਮਾਕੇਦਾਰ ਫੈਸਲਾ ਸਾਹਮਣੇ ਆ ਸਕਦਾ ਹੈ। ਜੇਕਰ ਬੀਤੀ ਕੱਲ ਦੀ ਅਦਾਲਤੀ ਕਾਰਵਾਈ ਦੀ ਗੱਲ ਕਰੀਏ ਤਾਂ ਦੁਪਹਿਰ ਬਾਅਦ ਲਗਭਗ 2 ਵਜੇ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਮਾਹੌਲ ਵਿੱਚ ਜ਼ਬਰਦਸਤ ਤਣਾਅ ਦੇਖਣ ਨੂੰ ਮਿਲਿਆ। 2:01 ਤੋਂ ਲੈ ਕੇ ਅਗਲੇ 10-11 ਮਿੰਟ ਤੱਕ ਚੱਲੀ ਇਸ ਸੁਣਵਾਈ ਦੀ ਸ਼ੁਰੂਆਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਕੀਲਾਂ ਵੱਲੋਂ ਕੀਤੀ ਗਈ। ਉਹਨਾਂ ਨੇ ਬੈਂਚ ਦੇ ਧਿਆਨ ਵਿੱਚ ਲਿਆਂਦਾ ਕਿ ਇੱਕ ਰਿਟ ਜੋ ਸਿੰਗਲ ਬੈਂਚ ਕੋਲ ਚੱਲ ਰਹੀ ਸੀ ਅਤੇ ਜਿਸ ਨੂੰ 14 ਜੁਲਾਈ ਨੂੰ ਐਲਪੀਏ ਨਾਲ ਜੋੜਿਆ ਗਿਆ ਸੀ, ਉਸ ਦੇ ਸਬੰਧ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ 20 ਜੁਲਾਈ ਤੱਕ ਲਿਖਤੀ ਜਵਾਬ ਦੇਣ ਅਤੇ ਪਟੀਸ਼ਨਰਾਂ ਦੇ ਵਕੀਲਾਂ ਨੂੰ 21 ਜੁਲਾਈ ਤੱਕ ਆਪਣਾ ਰਿਪਲਾਈ ਦਾਖਲ ਕਰਨ ਦੇ ਸਪਸ਼ਟ ਹੁਕਮ ਦਿੱਤੇ ਸੀ। ਪਰ ਪੰਜਾਬ ਸਰਕਾਰ ਵੱਲੋਂ ਉਸ ਰਿਟ ਦੇ ਮਾਮਲੇ ਵਿੱਚ ਇੱਕ ਰਿਵਿਊ ਪਟੀਸ਼ਨ ਪਾ ਦਿੱਤੀ ਗਈ। ਇਸ ਰਿਵਿਊ ਪਟੀਸ਼ਨ ਦੇ ਆਉਣ ਨਾਲ ਮਾਮਲੇ ਵਿੱਚ ਕਾਫੀ ਪੰਬਲਪੂਸਾ ਪੈਦਾ ਹੋ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਬੀਤੀ ਕੱਲ ਬਹੁਤ ਹੀ ਸਖਤ ਅਤੇ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਕਿ ਹੁਣ ਇਸ ਵਿਸ਼ੇ ਤੇ ਹੋਰ ਕੋਈ ਬਹਿਸ ਨਹੀਂ ਹੋਵੇਗੀ, ਨੋ ਆਰਗੂਮੈਂਟ, ਅਤੇ ਇਹ ਕਹਿ ਕੇ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਪਰ ਬੀਤੀ ਕੱਲ ਦੀ ਸੁਣਵਾਈ ਦੌਰਾਨ ਇੱਕ ਬਹੁਤ ਹੀ ਰੋਚਕ, ਅਨੋਖੀ ਅਤੇ ਹੈਰਾਨੀਜਨਕ ਘਟਨਾ ਵਾਪਰੀ। ਜਦੋਂ ਸੁਣਵਾਈ ਚੱਲ ਰਹੀ ਸੀ ਤਾਂ ਸਰਕਾਰੀ ਧਿਰ ਵੱਲੋਂ ਅਦਾਲਤ ਦੇ ਸਾਹਮਣੇ ਇੱਕ ਅਜਿਹੀ ਆਫਰ ਰੱਖ ਦਿੱਤੀ ਗਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਸਰਕਾਰੀ ਧਿਰ ਨੇ ਕਿਹਾ ਕਿ ਜੱਜ ਸਾਹਿਬ, ਅਸੀਂ ਕੇਂਦਰੀ ਪੈਟਰਨ ਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਡੀਏ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ, ਪਰ ਸਾਡੀ ਇੱਕ ਸ਼ਰਤ ਹੈ। ਸ਼ਰਤ ਇਹ ਹੈ ਕਿ ਮੁਲਾਜ਼ਮਾਂ ਦੇ ਤਨਖਾਹ ਸਕੇਲ ਵੀ ਕੇਂਦਰੀ ਪੈਟਰਨ ਤੇ ਹੀ ਮਿੱਥ ਦਿੱਤੇ ਜਾਣ, ਯਾਨੀ ਜੇਕਰ ਮੁਲਾਜ਼ਮ ਕੇਂਦਰੀ ਪੈਟਰਨ ਵਾਲੇ ਸਕੇਲ ਕਬੂਲ ਕਰਦੇ ਹਨ ਤਾਂ ਹੀ ਸਰਕਾਰ ਉਹਨਾਂ ਨੂੰ ਡੀਏ ਦੇਵੇਗੀ। ਦਰਅਸਲ ਇਸ ਆਫਰ ਦੇ ਪਿੱਛੇ ਦੀ ਕਹਾਣੀ ਸਮਝਣੀ ਬਹੁਤ ਜ਼ਰੂਰੀ ਹੈ। ਪਿਛਲੇ ਸਮੇਂ ਵਿੱਚ ਕੈਬਨਿਟ ਸਬ ਕਮੇਟੀ, ਜਿਸ 'ਤੇ ਮੁਖੀ ਵਿੱਤ ਮੰਤਰੀ ਹਨ ਅਤੇ ਹੋਰ 2 ਮੰਤਰੀ ਵੀ ਸ਼ਾਮਿਲ ਹਨ, ਉਹਨਾਂ ਦੇ ਦਸਤਖਤਾਂ ਹੇਠ ਇੱਕ ਅੰਤਰਿਮ ਰਿਪੋਰਟ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ। ਉਸ ਰਿਪੋਰਟ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਜ ਦੇ ਮੁਲਾਜ਼ਮਾਂ ਦੇ ਤਨਖਾਹ ਸਕੇਲ ਪਹਿਲਾਂ ਹੀ ਬਹੁਤ ਜ਼ਿਆਦਾ ਹਨ। ਉਹਨਾਂ ਨੂੰ ਇਸ ਵੇਲੇ 42% ਡੀਏ ਮਿਲ ਰਿਹਾ ਹੈ ਅਤੇ ਉਹ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਦੇ ਉਹਨਾਂ ਮੁਲਾਜ਼ਮਾਂ ਨਾਲੋਂ ਵੀ ਵੱਧ ਤਨਖਾਹਾਂ ਲੈ ਰਹੇ ਹਨ ਜਿਨ੍ਹਾਂ ਨੂੰ 60% ਡੀਏ ਮਿਲ ਰਿਹਾ ਹੈ। ਸਰਕਾਰ ਨੇ ਉਸ ਰਿਪੋਰਟ ਵਿੱਚ ਇਹ ਵੀ ਕਿਹਾ ਸੀ ਕਿ ਡੀਏ ਦੇਣਾ ਕੋਈ ਕਾਨੂੰਨੀ ਹੱਕ ਨਹੀਂ, ਬਲਕਿ ਸਰਕਾਰ ਦੇ ਰਹਿਮੋ ਕਰਮ ਤੇ ਨਿਰਭਰ ਕਰਦਾ ਹੈ। ਉਸੇ ਰਿਪੋਰਟ ਵਿੱਚ ਇੱਕ ਗੱਲ ਹੋਰ ਆਖੀ ਗਈ ਸੀ ਕਿ ਜੋ ਮੁਲਾਜ਼ਮ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਕੇਂਦਰੀ ਸਕੇਲ ਦਿੱਤੇ ਜਾ ਰਹੇ ਹਨ, ਸਰਕਾਰ ਉਹਨਾਂ ਨੂੰ ਡੀਏ ਦੇਣ ਬਾਰੇ ਸੋਚ ਸਕਦੀ ਹੈ। ਬੀਤੀ ਕੱਲ ਸਰਕਾਰੀ ਧਿਰ ਦੇ ਵਕੀਲਾਂ ਨੇ ਅਦਾਲਤ ਵਿੱਚ ਜੋ ਆਫਰ ਰੱਖੀ, ਉਸ ਦਾ ਆਧਾਰ ਵੀ ਇਹੋ ਰਿਪੋਰਟ ਸੀ। ਸਰਕਾਰ ਅਸਲ ਵਿੱਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਅਤੇ ਮੌਜੂਦਾ ਸਮੇਂ ਭਰਤੀ ਕੀਤੇ ਜਾ ਰਹੇ ਹਜ਼ਾਰਾਂ ਨਵੇਂ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਹੀ ਦੇ ਰਹੀ ਹੈ। ਪਰ ਬੀਤੀ ਕੱਲ ਜਦੋਂ ਇਹ ਤਜਵੀਜ਼ ਅਦਾਲਤ ਅੱਗੇ ਰੱਖੀ ਗਈ ਤਾਂ ਅਦਾਲਤ ਵੱਲੋਂ ਇਸ ਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਅਤੇ ਅਦਾਲਤ ਨੇ ਸੁਣਵਾਈ ਖਤਮ ਕਰਕੇ ਫੈਸਲਾ ਰਿਜ਼ਰਵ ਕਰ ਲਿਆ। ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਦਾ ਦਰਦ ਬਹੁਤ ਗਹਿਰਾ ਹੈ। ਪੰਜਾਬ ਦੇ ਲਗਭਗ 7 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ 4 ਸਾਲਾਂ ਤੋਂ 18% ਡੀਏ ਅਤੇ ਇਸ ਦੀਆਂ 6 ਬਕਾਇਆ ਕਿਸ਼ਤਾਂ ਲਈ ਸੜਕਾਂ ਤੇ ਧੱਕੇ ਖਾ ਰਹੇ ਹਨ। ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਵੀ ਸਰਕਾਰ ਨੇ ਗੱਲ ਨਹੀਂ ਮੰਨੀ ਤਾਂ ਮੁਲਾਜ਼ਮ ਅਦਾਲਤ ਦੀ ਸ਼ਰਨ ਵਿੱਚ ਗਏ। ਸਿੰਗਲ ਬੈਂਚ ਨੇ ਇਸ ਮੁੱਦੇ ਤੇ 94 ਪੰਨਿਆਂ ਦਾ ਇੱਕ ਬਹੁਤ ਹੀ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ 30 ਜੂਨ ਤੱਕ ਅਪ ਟੂ ਡੇਟ ਡੀਏ ਦਿੱਤਾ ਜਾਵੇ। ਨਾਲ ਹੀ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਵੀ ਜਾਰੀ ਕੀਤਾ ਜਾਵੇ। ਪਰ ਸਰਕਾਰ ਨੇ ਇਸ ਆਦੇਸ਼ ਨੂੰ ਮੰਨਣ ਦੀ ਥਾਂ ਐਲਪੀਏ ਦਾਖਲ ਕਰ ਦਿੱਤੀ।
ਹੁਣ ਜਦੋਂ ਬੀਤੀ ਕੱਲ 22 ਜੁਲਾਈ 2026 ਨੂੰ ਅਦਾਲਤ ਨੇ ਪੂਰੀ ਸੁਣਵਾਈ ਤੋਂ ਬਾਅਦ ਫੈਸਲਾ ਰਿਜ਼ਰਵ ਰੱਖ ਲਿਆ ਹੈ ਤਾਂ ਲੱਖਾਂ ਪਰਿਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਹਰ ਕੋਈ ਇਹੋ ਪੁੱਛ ਰਿਹਾ ਹੈ ਕਿ ਹੁਣ ਅਦਾਲਤ ਦਾ ਕੀ ਫੈਸਲਾ ਆਵੇਗਾ। ਦੂਜੇ ਪਾਸੇ ਅਦਾਲਤੀ ਕਾਰਵਾਈ ਤੋਂ ਹਟ ਕੇ ਜੇਕਰ ਜ਼ਮੀਨੀ ਹਕੀਕਤ ਦੇਖੀਏ ਤਾਂ ਸਰਕਾਰ ਲਈ ਇੱਕ ਹੋਰ ਵੱਡੀ ਮੁਸੀਬਤ ਖੜੀ ਹੋ ਗਈ ਹੈ। ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਸਰਕਾਰ ਨਾਲ ਸਿੱਧੀ ਟੱਕਰ ਲੈਣ ਦਾ ਮਨ ਬਣਾ ਲਿਆ ਹੈ। ਯੂਨੀਅਨ ਨੇ ਐਲਾਨ ਕਰ ਦਿੱਤਾ ਹੈ ਕਿ ਉਹ 23 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ 4 ਦਿਨਾਂ ਲਈ ਹੜਤਾਲ ਕਰਕੇ ਸਮੁੱਚੇ ਡੀਸੀ ਦਫ਼ਤਰਾਂ, ਐਸਡੀਐਮ ਦਫ਼ਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕੰਮ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ 8 ਤੋਂ 10 ਵਾਰ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਮੌਜੂਦਾ ਮਾਲ ਮੰਤਰੀ ਨਾਲ ਵੀ 2 ਵਾਰ ਮੀਟਿੰਗਾਂ ਹੋਈਆਂ। ਇੱਥੋਂ ਤੱਕ ਕਿ ਮੁੱਖ ਮੰਤਰੀ ਨਾਲ ਵੀ ਫਗਵਾੜਾ ਵਿਖੇ ਮੀਟਿੰਗ ਹੋਈ ਸੀ, ਪਰ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਬੀਤੀ 30 ਜੂਨ ਅਤੇ 8 ਜੁਲਾਈ ਨੂੰ ਹੋਈਆਂ ਮੀਟਿੰਗਾਂ ਵਿੱਚ ਖੁਦ ਸਰਕਾਰ ਵੱਲੋਂ 22 ਜੁਲਾਈ ਦਾ ਸਮਾਂ ਦਿੱਤਾ ਗਿਆ ਸੀ। ਆਖਿਆ ਗਿਆ ਸੀ ਕਿ 22 ਜੁਲਾਈ ਤੱਕ ਮੰਗਾਂ ਤੇ ਕੰਮ ਕਰਕੇ ਦੁਬਾਰਾ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ, ਪਰ ਬੀਤੀ ਕੱਲ 22 ਜੁਲਾਈ ਦਾ ਦਿਨ ਵੀ ਲੰਘ ਗਿਆ। ਨਾ ਸਰਕਾਰ ਵੱਲੋਂ ਕੋਈ ਫੋਨ ਆਇਆ, ਨਾ ਮੀਟਿੰਗ ਦਾ ਸਮਾਂ ਮਿਲਿਆ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ। ਸਰਕਾਰ ਦੇ ਇਸ ਟਾਲ-ਮਟੋਲ ਵਾਲੇ ਰਵੱਈਏ ਤੋਂ ਅੱਕ ਕੇ ਹੁਣ ਲੀਡਰਸ਼ਿਪ ਨੇ 23 ਤੋਂ 26 ਜੁਲਾਈ ਤੱਕ ਮੁਕੰਮਲ ਹੜਤਾਲ ਦਾ ਰਸਤਾ ਚੁਣਿਆ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਐਤਵਾਰ ਨੂੰ ਸਰੀਰਕ ਜਾਂ ਵਰਚੁਅਲ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਭਿਆਨਕ ਰੂਪ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਨੇ ਅੱਗੇ ਤੋਂ ਮੀਟਿੰਗਾਂ ਬੁਲਾ ਕੇ ਫੇਰ ਧੋਖਾ ਦਿੱਤਾ ਤਾਂ ਉਹ ਮੀਟਿੰਗਾਂ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਮੁਲਾਜ਼ਮਾਂ ਦੀ ਸਭ ਤੋਂ ਵੱਡੀ ਦੁੱਖ ਦੀ ਰਗ 17 ਜੁਲਾਈ 2020 ਦਾ ਉਹ ਪੱਤਰ ਹੈ ਜਿਸ ਕਾਰਨ ਇੱਕੋ ਹੀ ਇਸ਼ਤਿਹਾਰ ਵਿੱਚ ਭਰਤੀ ਹੋਏ ਮੁਲਾਜ਼ਮਾਂ ਵਿੱਚ ਪਾਰਟੀਬਾਜ਼ੀ ਅਤੇ ਵਿਤਕਰਾ ਪੈਦਾ ਹੋ ਗਿਆ ਹੈ। ਜਿੱਥੇ ਹਾਈ ਕੋਰਟ, ਜ਼ਿਲ੍ਹਾ ਅਦਾਲਤਾਂ ਜਾਂ ਸਿੱਖਿਆ ਵਿਭਾਗ ਦੇ ਕਲਰਕਾਂ ਨੂੰ ਪੂਰੀ ਬੇਸਿਕ ਪੇ ਅਤੇ ਪੱਤੇ ਦਿੱਤੇ ਜਾ ਰਹੇ ਹਨ, ਉੱਥੇ ਹੀ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਮਹਿਜ਼ 19,900 ਤੇ ਰੱਖਿਆ ਗਿਆ ਹੈ। ਇੱਕੋ ਯੋਗਤਾ ਵਾਲੇ ਮੁਲਾਜ਼ਮਾਂ ਵਿੱਚ ਇੰਨਾ ਵੱਡਾ ਫਰਕ ਹੀਣ ਭਾਵਨਾ ਪੈਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਸੀਨੀਅਰ ਸਹਾਇਕਾਂ ਦਾ ਪ੍ਰਮੋਸ਼ਨ ਕੋਟਾ 100% ਕਰਨ, ਤਜਰਬੇ ਦੀ ਸ਼ਰਤ 4 ਸਾਲ ਤੋਂ ਘਟਾ ਕੇ 2 ਸਾਲ ਕਰਨ ਅਤੇ 5% ਪ੍ਰਸ਼ਾਸਕੀ ਭੱਤਾ ਦੇਣ ਦੀਆਂ ਮੰਗਾਂ ਲਟਕ ਰਹੀਆਂ ਹਨ। ਅਦਾਲਤ ਵਿੱਚ ਫੈਸਲਾ ਰਿਜ਼ਰਵ ਹੋਣਾ ਅਤੇ ਬੰਦ ਪਏ ਸਰਕਾਰੀ ਦਫ਼ਤਰ, ਇਹ ਦੋਵੇਂ ਘਟਨਾਵਾਂ ਰਾਜ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਮਾਹੌਲ ਵਿੱਚ ਇੱਕ ਵੱਡਾ ਭੂਚਾਲ ਲਿਆਉਣ ਵਾਲੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਹਾਈ ਕੋਰਟ ਦੇ ਆਉਣ ਵਾਲੇ ਫੈਸਲੇ ਤੇ ਟਿਕੀਆਂ ਹੋਈਆਂ ਹਨ। ਇੱਥੇ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪਿਛਲੇ 4.25 ਸਾਲਾਂ ਤੋਂ ਜੋ ਮੁਲਾਜ਼ਮ ਜਥੇਬੰਦੀਆਂ ਸੜਕਾਂ ਤੇ ਟੈਂਕੀਆਂ ਤੇ ਚੜ੍ਹ ਕੇ ਲਾਠੀਆਂ ਖਾ ਕੇ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਦਾ ਹੱਕ ਕਿੱਥੇ ਹੈ? ਜਿਹੜੀਆਂ 5-6 ਪ੍ਰਮੁੱਖ ਮੰਗਾਂ ਸਨ, ਉਹਨਾਂ ਤੇ ਅੱਜ ਤੱਕ ਸਰਕਾਰ ਨਾਲ ਸਹਿਮਤੀ ਕਿਉਂ ਨਹੀਂ ਬਣੀ? ਮੁਲਾਜ਼ਮਾਂ ਦਾ ਪੈਂਡਿੰਗ ਡੀਏ ਦੇਣ ਲੱਗੇ ਸਰਕਾਰ ਦੇ ਹੱਥ ਕਿਉਂ ਕੰਬ ਰਹੇ ਨੇ? ਜਦੋਂ ਮੁਲਾਜ਼ਮਾਂ ਦੀ ਸੁਣਵਾਈ ਸਰਕਾਰ ਦੇ ਦਰਬਾਰ ਵਿੱਚ ਨਹੀਂ ਹੋਈ ਤਾਂ ਅੱਜ ਉਹਨਾਂ ਦੀ ਆਖਰੀ ਉਮੀਦ ਦੀ ਕਿਰਨ ਸਿਰਫ ਅਤੇ ਸਿਰਫ ਹਾਈ ਕੋਰਟ ਤੇ ਟਿਕੀ ਹੋਈ ਹੈ। ਪਰ ਦੂਜੇ ਪਾਸੇ ਸਰਕਾਰ ਦਾ ਆਪਣਾ ਹੀ ਇੱਕ ਰੋਣਾ ਹੈ ਅਤੇ ਉਹ ਰੋਣਾ ਹੈ ਖਾਲੀ ਖਜ਼ਾਨੇ ਅਤੇ ਕਰਜ਼ੇ ਦਾ। ਹੁਣ ਆਪਾਂ ਗੱਲ ਕਰਦੇ ਹਾਂ ਉਸ ਕਾਰਨ ਦੀ ਜਿਸ ਕਰਕੇ ਸਰਕਾਰ ਮੁਲਾਜ਼ਮਾਂ ਨੂੰ ਪੈਸੇ ਦੇਣ ਤੋਂ ਭੱਜ ਰਹੀ ਹੈ। ਸਾਲ 2026 ਵਿੱਚ ਭਗਵੰਤ ਮਾਨ ਸਰਕਾਰ ਨੇ ਮਾਰਕੀਟ ਤੋਂ ਰਿਕਾਰਡ ਤੋੜ ਕਰਜ਼ਾ ਲਿਆ ਹੈ। ਹਾਲਾਂਕਿ ਸਰਕਾਰ ਇਸ ਨੂੰ ਰੂਟੀਨ ਵਿੱਤੀ ਪ੍ਰਬੰਧਨ ਦੱਸਦੀ ਹੈ, ਪਰ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਹੈ। ਅਜੇ 2 ਦਿਨ ਪਹਿਲਾਂ ਯਾਨੀ 10 ਜੁਲਾਈ 2026 ਨੂੰ ਪੰਜਾਬ ਦੇ ਫਾਈਨੈਂਸ ਵਿਭਾਗ ਨੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ 1000 ਕਰੋੜ ਦਾ ਤਾਜ਼ਾ ਕਰਜ਼ਾ ਹੋਰ ਲਿਆ ਜਾ ਰਿਹਾ ਹੈ। ਇਹ ਸਟੇਟ ਡਿਵੈਲਪਮੈਂਟ ਲੋਨ ਦੀ ਰੀ-ਇਸ਼ੂਐਂਸ ਹੈ, ਜਿਸ ਦੀ ਨਿਲਾਮੀ ਆਰਬੀਆਈ ਰਾਹੀਂ ਹੋਵੇਗੀ। ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਨੂੰ ਕਰਜ਼ੇ ਦੀ ਅਜਿਹੀ ਦਲਦਲ ਵਿੱਚ ਥੱਕ ਰਹੀ ਹੈ, ਜਿੱਥੋਂ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸਿਰਫ ਇਸੇ ਵਿੱਤੀ ਸਾਲ 2026-27 ਵਿੱਚ ਸਰਕਾਰ ਨੇ ਕਿੰਨੀ ਵਾਰ ਅਤੇ ਕਿੰਨਾ ਕਰਜ਼ਾ ਚੁੱਕਿਆ ਹੈ। ਸਰਕਾਰ ਦਾ ਨੈਟ ਬੋਰੋਇੰਗ ਦਾ ਟੀਚਾ ਹੀ 38,000 ਤੋਂ 43,000 ਕਰੋੜ ਦਾ ਹੈ। ਜੇਕਰ ਮਹੀਨਾਵਾਰ ਆંકੜੇ ਦੇਖੀਏ ਤਾਂ ਅਪ੍ਰੈਲ 2026 ਵਿੱਚ ਲਗਭਗ 2800 ਕਰੋੜ ਦਾ ਕਰਜ਼ਾ ਲਿਆ ਗਿਆ। ਮਈ 2026 ਵਿੱਚ 12 ਤੋਂ 18 ਸਾਲ ਦੇ ਬੌਂਡਾਂ ਰਾਹੀਂ 2500 ਕਰੋੜ ਹੋਰ ਚੁੱਕੇ ਗਏ। ਜੂਨ 2026 ਵਿੱਚ 1000 ਤੋਂ 1500 ਕਰੋੜ ਦੀ ਐਡੀਸ਼ਨਲ ਬੋਰੋਇੰਗ ਦੀ ਨੋਟੀਫਿਕੇਸ਼ਨ ਆਈ ਅਤੇ ਹੁਣ ਜੁਲਾਈ 2026 ਤੱਕ ਇਸ ਨਵੀਂ 1000 ਕਰੋੜ ਦੀ ਰਕਮ ਨੂੰ ਮਿਲਾ ਕੇ ਸਿਰਫ ਪਹਿਲੀ ਤਿਮਾਹੀ ਵਿੱਚ ਹੀ 6300 ਤੋਂ 9500 ਕਰੋੜ ਦਾ ਕਰਜ਼ਾ ਲਿਆ ਜਾ ਚੁੱਕਾ ਹੈ ਅਤੇ ਅਗਲੀ ਤਿਮਾਹੀ ਜੁਲਾਈ-ਸਤੰਬਰ ਲਈ 8800 ਕਰੋੜ ਦੀ ਹੋਰ ਤਿਆਰੀ ਹੈ। ਇਹ ਲੜਾਈ ਹੁਣ ਸਿਰਫ ਕੋਰਟ ਰੂਮ ਤੱਕ ਸੀਮਿਤ ਨਹੀਂ ਰਹਿ ਗਈ। ਇਹ ਪੰਜਾਬ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਚੁੱਕਾ ਹੈ, ਜਿੱਥੇ ਇੱਕ ਪਾਸੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਕੋਰਟ ਦੇ ਹਰ ਆਦੇਸ਼ ਤੇ ਅੱਖ ਟਿਕਾਈ ਬੈਠੇ ਨੇ,
ਉੱਥੇ ਹੀ ਪੰਜਾਬ ਦੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੀ ਲੀਡਰਸ਼ਿਪ ਵੀ ਇਸ ਪੂਰੇ ਘਟਨਾਕ੍ਰਮ ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਵਿਰੋਧੀ ਧਿਰਾਂ ਨਿਤ ਦਿਨ ਸਰਕਾਰ ਨੂੰ ਘੇਰ ਰਹੀਆਂ ਨੇ ਕਿ ਜੋ ਸਰਕਾਰ ਬਦਲਾਵ ਦੇ ਦਾਅਵੇ ਕਰਕੇ ਆਈ ਸੀ, ਉਹ ਮੁਲਾਜ਼ਮਾਂ ਦੇ ਹੱਕਾਂ ਨੂੰ ਦਬਾਉਣ ਲਈ ਹਾਈ ਕੋਰਟ ਵਿੱਚ ਲੱਖਾਂ ਰੁਪਏ ਪਾਣੀ ਵਾਂਗ ਵਹਾ ਕੇ ਕਾਨੂੰਨੀ ਲੜਾਈ ਲੜ ਰਹੀ ਹੈ। ਸਰਕਾਰ ਦੀ ਹਰ ਇੱਕ ਚਾਲ ਤੇ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ। ਮੁਲਾਜ਼ਮਾਂ ਦਾ ਰੋਸ ਹੁਣ ਸੜਕਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਦਿਖਾਈ ਦੇ ਰਿਹਾ ਹੈ ਅਤੇ ਹਰ ਕੋਈ ਇਹ ਦੇਖਣਾ ਚਾਹੁੰਦਾ ਹੈ ਕਿ ਮੁਲਾਜ਼ਮਾਂ ਨੂੰ ਕਾਨੂੰਨੀ ਤੌਰ ਤੇ ਹਰਾਉਣ ਦੀ ਸਰਕਾਰ ਦੀ ਇਹ ਕੋਸ਼ਿਸ਼ ਸਫਲ ਹੁੰਦੀ ਹੈ ਜਾਂ ਨਹੀਂ।